ਕੀ ਹਾਲਾਤ ਬਣੇ ਹੋਏ ਆ। ਵੈਸਟ ਏਸ਼ੀਆ ਦਾ ਵਾਰ ਕਿਆ ਇੰਨਾ ਕੁ ਔਖਾ ਹੋ ਗਿਆ ਸਾਡੇ ਵਾਸਤੇ ਕਿ ਤੇਲ ਦੀ એનર્ਜੀ ਕ੍ਰਾਈਸਿਸ ਇੰਨਾ ਜ਼ਿਆਦਾ ਹੋ ਗਿਆ। ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ 2 ਸਾਲ ਤੋਂ ਜਿਹੜਾ ਰਸ਼ੀਆ ਹੈ ਸਾਨੂੰ ਆਇਲ ਕਾਫੀ ਲੋ ਪ੍ਰਾਈਸ ਤੇ ਲੋਅਰ ਦੈਨ ਦਾ ਮਾਰਕੀਟ ਰੇਟ ਦੇ ਰਿਹਾ ਸੀਗਾ, ਜਿਹੜਾ ਬਾਕੀ ਦਾ ਚੱਲਦਾ ਹੈ। ਉਹਦੇ ਬਾਵਜੂਦ ਵੀ ਆਪਾਂ ਕੰਜ਼ਿਊਮਰਸ ਨੂੰ ਕੋਈ ਐਡਵਾਂਟੇਜ ਪਾਸ ਔਨ ਨਹੀਂ ਕੀਤਾ ਗਿਆ। क्या ਅੱਗੇ ਸ਼ਾਰਟੇਜ ਇੰਨੀ ਜ਼ਿਆਦਾ ਹੈ, क्या ਸਾਡੇ ਕੋਲ ਆਲਟਰਨੇਟਿਵਸ ਨਹੀਂ ਹੈ ਜਿੱਦਾਂ ਆਪਾਂ ਰਸ਼ੀਆ ਤੋਂ ਤੇਲ ਲੈ ਕੇ ਜਾਂ ਫਿਰ ਅਮਰੀਕਾ ਵੈਨੇਜ਼ੁਏਲਾ ਔਰ aren't there any other means? Are we so sure to be going down that path? ਹੁਣ ਆਪਣੀ ਇੱਕ ਲਾਚਾਰੀ ਹੈ ਜਾਂ ਕਹਿ ਸਕਦੇ ਬਦਕਿਸਮਤੀ, ਜੋ ਮਰਜ਼ੀ ਇਹਨੂੰ ਕਹਿ ਲਓ, ਕਿ ਅਸੀਂ ਇਹਨੂੰ ਟਰਾਂਸਲੇਟ ਨਹੀਂ ਕਰ ਪਾ ਰਹੇ, ਜੋ ਜੀਓਪੋਲਿਟਿਕਸ ਦੀ ਮਜਬੂਰੀ ਕਹਿ ਸਕਦੇ ਹਾਂ। ਬਿਕੋਜ਼ ਗਵਰਨਮੈਂਟ ਨੇ ਕਹਿਤਾ ਹੈ ਕਿ ਅਸੀਂ US ਦੀ ਸੈਂਕਸ਼ਨਸ ਦੇ ਡਰ ਤੋਂ ਨਹੀਂ ਕਰ ਸਕਦੇ। क्या ਤੁਸੀਂ ਹਾਲਾਤ ਵਿਗੜਦੇ ਦੇਖਦੇ ਹੋ ਟੂ ਅ ਬਿਗਰ ਵਾਰ ਔਰ ਥਰਡ ਵਰਲਡ ਵਾਰ? ਰਾਈਟ ਨਾਓ ਤਾਂ ਜੋ ਸਿਚੁਏਸ਼ਨ ਹੈ ਕਾਫੀ ਜ਼ਿਆਦਾ ਤੁਹਾਨੂੰ ਨਹੀਂ ਲੱਗਦਾ ਕਿ ਕੋਲਡ ਵਾਰ ਵੱਲ ਪਾਸੇ ਮੂਵ ਕਰ ਰਹੀ ਹੈ? ਲੋਕਾਂ ਨੂੰ ਸੋਨਾ ਨਾ ਲੈਣ ਦੀ ਹਦਾਇਤ ਦਿੱਤੀ ਗਈ ਹੈ ਤੇ ਪੈਟਰੋਲ ਪ੍ਰਾਈਸਿਸ 100 ਪਾਰ ਕਰ ਚੁੱਕੇ ਨੇ। 3 ਰੁਪਇਆ ਲੀਟਰ ਜਿਹੜਾ ਹੈ ਤੇਲ ਦੀ ਕੀਮਤਾਂ ਵੱਧ ਚੁੱਕੀਆਂ ਨੇ। ਇਕਨੋਮਿਕ ਸਲੋ ਡਾਊਨ ਵੀ ਕਿਹਾ ਜਾ ਰਿਹਾ ਕਿ ਆ ਸਕਦਾ ਹੈ। ਇਹਨਾਂ ਹਾਲਾਤਾਂ ਬਾਰੇ ਅੱਜ ਚਰਚਾ ਕਰਦੇ ਹਾਂ। ਰੋਹਿਤ ਬੇਦੀ ਜੀ ਮੇਰੇ ਨਾਲ ਨੇ। ਬੇਦੀ ਸਾਹਿਬ, ਕੀ ਹਾਲਾਤ ਬਣੇ ਹੋਏ ਆ। ਵੈਸਟ ਏਸ਼ੀਆ ਦਾ ਵਾਰ ਕਿਆ ਇੰਨਾ ਕੁ ਔਖਾ ਹੋ ਗਿਆ ਸਾਡੇ ਵਾਸਤੇ ਕਿ ਤੇਲ ਦੀ એનર્ਜੀ ਕ੍ਰਾਈਸਿਸ ਇੰਨਾ ਜ਼ਿਆਦਾ ਹੋ ਗਿਆ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਤੁਸੀਂ ਗੱਲ ਕੀਤੀ ਵੈਸਟ ਏਸ਼ੀਆ ਦੇ ਕ੍ਰਾਈਸਿਸ ਦੀ। ਮਨੀਸ਼ ਜੀ, ਵੈਸਟ ਏਸ਼ੀਆ ਦਾ ਕ੍ਰਾਈਸਿਸ ਜਿਹੜਾ ਹੈ ਉਹ ਤਾਂ ਰੀਸੈਂਟ ਆਲਮੋਸਟ 3 ਮੰਥਸ ਜਾਂ 2 ਮੰਥਸ ਹੀ ਹੋਏ ਹੈ। ਉਸ ਤੋਂ ਪਹਿਲਾਂ ਕੀ ਪ੍ਰੋਬਲਮ ਆ ਗਈ ਸੀ ਆਇਲ ਪ੍ਰਾਈਸਿਸ ਨੂੰ? ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ 2 ਸਾਲ ਤੋਂ ਜਿਹੜਾ ਰਸ਼ੀਆ ਹੈ ਸਾਨੂੰ ਆਇਲ ਕਾਫੀ ਲੋ ਪ੍ਰਾਈਸ ਤੇ ਲੋਅਰ ਦੈਨ ਦਾ ਮਾਰਕੀਟ ਰੇਟ ਦੇ ਰਿਹਾ ਸੀਗਾ, ਜਿਹੜਾ ਬਾਕੀ ਦਾ ਚੱਲਦਾ ਹੈ। ਉਹਦੇ ਬਾਵਜੂਦ ਵੀ ਆਪਾਂ ਕੰਜ਼ਿਊਮਰਸ ਨੂੰ ਕੋਈ ਐਡਵਾਂਟੇਜ ਪਾਸ ਔਨ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਤਕਰੀਬਨ 10 ਸਾਲ ਪਿੱਛੇ ਲੈ ਕੇ ਜਾਣਾ ਚਾਹਾਂਗਾ। 2015-16 ਜਦੋਂ ਹਿਸਟੋਰਿਕ ਫਾਲ ਇਨ ਇੰਟਰਨੈਸ਼ਨਲ ਕਰੂਡ ਪ੍ਰਾਈਸਿਸ ਸੀਗਾ, 100+ ਜਿਹੜਾ ਕਰੂਡ ਦਾ ਰੇਟ ਇੱਕ ਟਾਈਮ ਤੇ $100 ਪਲੱਸ ਬੈਰਲ ਰੇਟ ਜਿਹੜਾ ਸੀਗਾ, ਇਟ ਕ੍ਰੈਸ਼ ਡਾਊਨ ਟੂ ਬਿਲੋ 25 ਡਾਲਰ ਪਰ ਬੈਰਲ। ਉਹਦੇ ਬਾਵਜੂਦ ਵੀ ਕੰਜ਼ਿਊਮਰਸ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ। ਰਾਦਰ ਥੋੜੀ ਦੇਰ ਬਾਅਦ ਹੀ ਸੈਂਟਰਲ ਐਕਸਾਈਜ਼ ਜਿਹੜੀ ਹੈ ਉਹ ਵਧਾਈ ਗਈ। ਅੱਛਾ ਮੇਰੀ ਸਾਹਿਬ, ਮੈਨੂੰ ਇਹ ਨਹੀਂ ਸਮਝ ਆ ਰਿਹਾ, ਚਲੋ 3 ਰੁਪਏ ਦੀ ਆਪਾਂ ਜਿਹੜਾ ਕੀਮਤਾਂ ਵਧਾ ਦਿੱਤੀਆਂ, ਦੈਟਸ ਫਾਈਨ, ਪਰ ਜਿਹੜੀ ਇਹ ਗੱਲ ਕਹਿਣਾ ਕਿ ਬਹੁਤ ਸਾਰੇ ਲੋਕੀ ਗਰੀਬੀ ਦੇ ਵਿੱਚ ਵਾਪਸ ਜਾ ਸਕਦੇ ਨੇ, क्या ਅੱਗੇ ਸ਼ਾਰਟੇਜ ਇੰਨੀ ਜ਼ਿਆਦਾ ਹੈ, क्या ਸਾਡੇ ਕੋਲ ਆਲਟਰਨੇਟਿਵਸ ਨਹੀਂ ਹੈ ਜਿੱਦਾਂ ਆਪਾਂ ਰਸ਼ੀਆ ਤੋਂ ਤੇਲ ਲੈ ਕੇ ਜਾਂ ਫਿਰ ਅਮਰੀਕਾ ਵੈਨੇਜ਼ੁਏਲਾ ਔਰ aren't there any other means? Are we so sure to be going down that path ਕਿ ਮੋਦੀ ਸਾਹਿਬ ਨੇ ਕਹਿਣਾ ਪਿਆ ਕਿ ਇੰਨੇ ਲੱਖਾਂ ਲੋਕ ਗਰੀਬੀ 'ਚ ਵਾਪਸ ਚਲ ਜਾਣਗੇ? ਦੇਖੋ ਮਨੀਸ਼ ਜੀ, ਆਪਾਂ 1 ਬਾਏ 1 ਜੇ ਟੇਕਅਪ ਕਰੀਏ ਸਾਰੇ ਜਿਹੜੇ ਕੁਐਸਚਨਸ ਹੈ। ਰਸ਼ੀਆ ਨੇ ਤਾਂ ਕੱਲ ਪਰਸੋਂ ਵੀ ਸਟੇਟਮੈਂਟ ਦਿੱਤੀ ਹੈ ਕਿ ਵੀ ਆਰ ਰੈਡੀ ਟੂ ਗਿਵ ਯੂ ਆਇਲ, ਐਂਡ ਰਸ਼ੀਆ ਸਾਨੂੰ ਪੁਰਾਣੇ ਰੇਟ 'ਤੇ ਹੀ ਦੇ ਰਿਹਾ ਸੀਗਾ, ਜਿਹੜਾ ਰੇਟ ਪ੍ਰੀ ਵਾਰ ਜਾਂ ਪ੍ਰੀ ਕੌਨਫਲਿਕਟ ਵਾਲੇ ਪ੍ਰਾਈਸ ਦਾ ਹੈ, ਜਿਹਦੇ ਕਾਰਨ ਕੰਜ਼ਿਊਮਰਸ ਨੂੰ ਫਾਇਦਾ ਹੋ ਰਿਹਾ ਸੀ। ਹੁਣ ਆਪਣੀ ਇੱਕ ਲਾਚਾਰੀ ਹੈ ਜਾਂ ਕਹਿ ਸਕਦੇ ਬਦਕਿਸਮਤੀ, ਜੋ ਮਰਜ਼ੀ ਇਹਨੂੰ ਕਹਿ ਲਓ, ਕਿ ਅਸੀਂ ਇਹਨੂੰ ਟਰਾਂਸਲੇਟ ਨਹੀਂ ਕਰ ਪਾ ਰਹੇ, ਜੋ ਜੀਓਪੋਲਿਟਿਕਸ ਦੀ ਮਜਬੂਰੀ ਕਹਿ ਸਕਦੇ ਹਾਂ। ਬਿਕੋਜ਼ ਗਵਰਨਮੈਂਟ ਨੇ ਕਹਿਤਾ ਕਿ ਅਸੀਂ US ਦੀ ਸੈਂਕਸ਼ਨਸ ਦੇ ਡਰ ਤੋਂ ਨਹੀਂ ਕਰ ਸਕਦੇ। ਅੱਛਾ, ਰਸ਼ੀਆ ਸਾਡਾ ਉਹ ਫਰੈਂਡ ਹੈ ਜਿਹਨੇ ਸਾਨੂੰ 71 ਦੀ ਜੰਗ ਦੇ ਵਿੱਚ ਅਮਰੀਕਾ ਦੇ ਬੇੜੇ ਦੇ ਅਗੇਂਸਟ ਇੱਕ ਆਪਣਾ ਨਿਊਕਲੀਅਰ ਬੇੜਾ ਲਿਆ ਕੇ ਖੜਾ ਕਰ ਦਿੱਤਾ ਸੀ, ਸਾਨੂੰ US ਤੋਂ ਉਹਨੇ ਬਚਾਇਆ ਸੀਗਾ। ਸੇ ਉਹ ਪੁਰਾਣਾ ਜਿਹੜਾ ਸਾਡਾ ਟਰਾਈਡ ਐਂਡ ਟੈਸਟਡ ਫਰੈਂਡ, ਤੇ ਉਹਦੇ ਨਾਲ ਆਪਾਂ ਨਾ ਚੱਲ ਕੇ ਆਪਾਂ US ਦੇ ਨਾਲ ਚੱਲ ਰਹੇ ਹਾਂ। ਤੁਹਾਨੂੰ ਲੱਗਦਾ ਕਿ ਰਸ਼ੀਆ ਦੇ ਨਾਲ ਫਿਰ ਸਾਡੇ ਸੰਬੰਧ ਉੱਦਾਂ ਦੇ ਹੈਗੇ ਨੇ ਜਿੱਦਾਂ ਦੇ ਆਪਾਂ ਸ਼ੁਰੂ ਤੋਂ ਰਹੇ ਨੇ? ਦੇਖੋ 1971 2026 50+ years, drastic change in geopolitics. Russia is not the super power it used to be. ਅਮਰੀਕਾ ਕਾਫੀ ਕੁਝ ਡਰਾਈਵ ਕਰਦਾ ਹੈ। ਹੈਵਿੰਗ ਸੈਡ ਦੈਟ, ਜਿਵੇਂ ਤੁਸੀਂ ਕਿਹਾ ਸਾਡਾ ਪੁਰਾਣਾ ਫਰੈਂਡ ਸੀਗਾ, ਕਈ ਵਾਰੀ ਇਹ ਹੁੰਦਾ ਹੈ ਕਿ ਜੋ ਫਰੈਂਡ ਬਾਂਹ ਫੜਦਾ ਹੈ ਉਹਦੇ ਕਾਰਨ ਕ੍ਰਾਈਸਿਸ ਟਾਈਡ ਓਵਰ ਹੋ ਜਾਂਦੇ ਆ। ਪਤਾ ਨਹੀਂ ਇਹ ਰਿਲੈਕਟੈਂਸ ਕਿਉਂ ਹੈ। ਦੈਟ ਇਜ਼ ਵਾਟ ਆਈ ਸੈਡ ਕਿ ਇੰਨਾ ਜ਼ਿਆਦਾ ਸਾਨੂੰ ਡਰ ਹੈ ਸੈਂਕਸ਼ਨਸ ਦਾ ਕਿ ਇੱਥੇ ਡਿਪਲੋਮੈਟਿਕ ਫੇਲੀਅਰ ਨਹੀਂ ਹੈ ਕਿ ਵਾਟ ਇਜ਼ ਡਿਪਲੋਮੈਸੀ ਡੂਇੰਗ। ਡਿਪਲੋਮੈਟਸ ਕਿਉਂ ਨਹੀਂ ਨੈਗੋਸ਼ੀਏਟ ਕਰ ਪਾਉਂਦੇ ਕਿ ਸੀ 140+ ਕਰੋੜ ਪੀਪਲ ਹੇਅਰ ਆਰ ਗੋਇੰਗ ਟੂ ਸਫਰ। ਜਿਵੇਂ ਤੁਸੀਂ ਕਿਹਾ ਕਿ ਪੀਪਲ ਆਰ ਗੋਇੰਗ ਟੂ ਬੀ ਪੁਸ਼ਡ ਇਨਟੂ ਪੋਵਰਟੀ ਅਗੇਂਸਟ ਐਨੀ ਚੋਇਸ ਆਫ ਦੇਅਰਸ। ਉਹਨਾਂ ਦਾ ਕੀ ਕਸੂਰ ਹੈ? ਇੱਕ ਕਾਮਨ ਮੈਨ ਜਿਹੜਾ ਇੱਕ ਛੋਟਾ ਮੋਟਾ ਠੇਲਾ
ਲੈ ਕੇ LPG ਦੇ ਗੈਸ ਸਿਲੰਡਰ ਯੂਜ਼ ਕਰਕੇ ਜਾਂ ਹੋਰ ਮੇਬੀ ਕੈਰੋਸੀਨ ਜਾਂ ਹੋਰ ਕੁਝ ਤੇਲ ਲੈ ਕੇ ਆਪਣਾ ਕੰਮ ਚਲਾ ਰਿਹਾ ਸੀਗਾ, ਉਹ ਕੀ ਕਰੇਗਾ ਹੁਣ? ਹਰ ਕੋਈ ਤਾਂ ਨਹੀਂ, ਕੋਈ ਤਾਂ ਸੜਕ ਤੇ ਇੰਡਕਸ਼ਨ ਤਾਂ ਨਹੀਂ ਲਗਾ ਕੇ ਕੰਮ ਚਲਾ ਲੇਗਾ ਨਾ। ਜਿਹੜਾ ਇਸ ਚੀਜ਼ ਤੋਂ ਹੁਣ ਇਹੀ ਤੁਸੀਂ ਜੇ ਆਪਾਂ ਪੁਰਾਣੀ ਗਵਰਨਮੈਂਟਸ ਦਾ ਜੇ ਹਵਾਲਾ ਦਈਏ, ਉਹਨਾਂ ਨੇ ਤਾਂ ਐਬਜ਼ੌਰਬ ਵੀ ਕੀਤੇ, ਲਾਸਿਸ ਵੀ ਐਬਜ਼ੌਰਬ ਨਹੀਂ, ਹੋਏ। ਪਰ ਹੋ ਸਕਦਾ ਹੈ ਕਿ ਲੋਕਾਂ ਨੂੰ ਅਵੇਅਰ ਕਰਕੇ ਅਗਰ ਇਸ ਲਾਸਿਸ ਨੂੰ ਕੱਟ ਡਾਊਨ ਕਰਨ ਵਾਸਤੇ ਕੀਤਾ ਗਿਆ, ਸੋ ਦਿਸ ਇਜ਼ ਅ ਮੈਸੇਜ ਵੇਅਰ ਵੇਸਟੇਜ ਬੰਦ ਹੋ ਜੇ ਤਾਂ ਉਹਦੇ ਨਾਲ ਕੋਈ ਸਾਨੂੰ ਬੈਨੀਫਿਟ ਹੋ ਜੇ, ਸੋ ਪੀਪਲ ਕੰਜ਼ਰਵ ਕਰ ਲੈਣ એનર્ਜੀ ਨੂੰ, ਤਾਂ ਆਪਾਂ ਸਾਨੂੰ ਉਹ ਸਥਿਤੀ ਨਾ ਦੇਖਣੀ ਪਵੇ। ਡੂ ਯੂ ਥਿੰਕ? ਜਿੱਥੇ ਤੱਕ ਕੰਜ਼ਰਵ ਕਰਨ ਦੀ ਗੱਲ ਹੈ, ਦੇਖੋ ਆਮ ਬੰਦਾ ਜਿਹੜਾ ਹੈ ਉਹ ਤਾਂ ਉਦੋਂ ਹੀ ਜਾਂਦਾ ਪੰਪ ਤੇ ਜਾਂ ਆਪਣਾ ਸਿਲੰਡਰ ਲੈਣ ਦੇ ਲਈ ਜਦੋਂ ਉਹਦੀ, ਇਹ ਤਾਂ ਹੈ ਨਹੀਂ ਕਿ ਉਹਦੇ ਕੋਲ 5-6 ਉਹਨੇ ਸਟਾਕ 'ਚ ਰੱਖੇ ਹੁੰਦੇ, ਤਾਂ ਪੋਸੀਬਲ ਹੀ ਨਹੀਂ ਹੈ। ਰਾਦਰ ਵੇਸਟੇਜ ਤਾਂ ਉੱਥੇ ਹੋ ਰਹੀ ਜਿੱਥੇ ਲਾਰਜ ਕਨਵੋਇਸ ਚੱਲ ਰਹੇ ਹੈ, ਜਿੱਥੇ ਫਲੀਟ ਆਫ ਕਾਰਸ ਚੱਲ ਰਹੀਆਂ, ਔਰ ਤੁਹਾਨੂੰ ਪਤਾ ਹੀ ਹੈ ਕਿੱਥੇ ਕਿੱਥੇ ਹੋ ਰਿਹਾ। ਹੁਣ ਜਿਹੜਾ ਇਹ ਲਾਸਟ 1 ਹਫ਼ਤੇ ਤੋਂ ਦਿੱਤਾ ਗਿਆ ਨੈਰੇਟਿਵ ਕਿ ਤੁਸੀਂ ਕੱਟ ਡਾਊਨ ਕਰੋ, ਉਹਦੇ ਕਾਰਨ ਤੁਸੀਂ ਦੇਖਿਆ ਹੋਣਾ ਕਿੰਨੇ MLAs ਜਾਂ ਕਿੰਨੇ ਹੋਰ ਮਿਨਿਸਟਰ ਜਿਹੜੇ ਹੈ ਆਪਣੇ ਕਨਵੋਏ ਸਿਰਫ ਜਸਟ ਫॉर ਹਿਸਟੋਰੀਨਿਕਸ, ਜਸਟ ਫॉर ਡਰਾਮਾ, ਆਪਟਿਕਸ ਦੇ ਲਈ ਦਿਖਾ ਰਹੇ ਹੈ। ਔਰ ਇਹ ਐਕਸਪੋਜ਼ ਕੀਤਾ ਗਿਆ ਕਿ ਪੈਰਲਲ ਇੱਕ ਹੋਰ ਕਾਰ ਜਾਂ ਇੱਕ ਹੋਰ ਵਹੀਕਲ ਚੱਲ ਰਿਹਾ ਰਿਕਾਰਡਿੰਗ ਕਰ ਰਿਹਾ। ਇਸ ਇੱਥੋਂ ਕੋਈ ਵੇਸਟੇਜ ਨਹੀਂ ਹੋ ਰਹੀ। ਕਾਮਨ ਮੈਨ ਜਿਹੜਾ ਕਿ ਸ਼ਾਇਦ ਇੱਕ ਸਿਲੰਡਰ ਨਾਲ ਪੂਰਾ ਮਹੀਨਾ ਕੱਢ ਲੇਗਾ, ਔਰ ਦੂਜੇ ਪਾਸੇ ਵੇਸਟੇਜ ਤੁਹਾਡੇ ਸਾਹਮਣੇ ਹੀ ਹੈ। ਅੱਛਾ, ਮੈਂ ਨਾ ਇਹਦੇ ਵਿੱਚ ਚਾਈਨਾ ਦੀ ਵੀ ਗੱਲ ਕਰਨਾ ਚਾਹੁੰਦਾ। ਬੇਦੀ ਸਾਹਿਬ, ਸਿੰਸ ਯੂ ਆਰ ਹੀਅਰ, ਚਾਈਨਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜਾਂਦੇ ਨੇ, ਵੀ ਆਲ ਸੀ ਦ ਪਾਵਰ ਡਾਇਨਾਮਿਕਸ, ਐਂਡ ਕਿਤੇ ਨਾ ਕਿਤੇ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਚਾਈਨਾ ਇਜ਼ ਦ ਨਿਊ ਪਾਵਰ ਨਾਓ, ਇਮਰਜਿੰਗ ਪਾਵਰ, ਔਰ ਈਵਨ ਮੇ ਬੀ ਬਿਗਰ ਦੈਨ US। ਕਿਆ US, ਮੈਨੂੰ ਕਿਤੇ ਲੱਗਦਾ ਕਿ US ਨੇ ਜਾ ਕੇ ਹੀ ਉੱਥੇ ਗਲਤੀ ਕੀਤੀ ਹੈ। ਸੋ ਡੂ ਯੂ ਥਿੰਕ ਇਜ਼ ਇਟ ਜਸਟ ਅ ਸ਼ੋ ਆਫ ਔਰ ਇਜ਼ ਇਟ ਅ ਪਲੈਨਡ ਮੂਵ? ਵਾਟ ਇਜ਼ ਇਟ? ਜਿੱਥੇ ਤੱਕ ਇਹ ਸਵਾਲ ਹੈ ਕਿ ਹੈਡ ਆਫ ਸਟੇਟ ਜਿਹੜੇ ਦੂਸਰੀ ਸਟੇਟ 'ਚ ਜਾਂਦੇ ਹੈ, ਅਮਰੀਕਨ ਪ੍ਰਾਈਮ ਪ੍ਰੈਜ਼ੀਡੈਂਟ ਦਾ ਹੈਡ ਆਫ ਸਟੇਟ ਚਾਈਨਾ ਨੂੰ ਮਿਲਣ ਜਾਣਾ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ, ਜਿਵੇਂ ਤੁਸੀਂ ਕਿਹਾ, ਇਟਸ ਅ ਕਾਈਂਡ ਆਫ ਡਰਾਮੈਟਿਕ ਮੂਵ ਜਿਹੜਾ ਕਿ ਅਨਪ੍ਰੈਸੀਡੈਂਟਡ ਹੀ ਹੈ ਸੌਟ ਆਫ। ਬਟ ਉੱਥੇ ਜਾ ਕੇ ਹਾਸਿਲ ਕੀ ਹੋਇਆ? 13 ਮਈ ਤੋਂ ਲੈ ਕੇ 15 ਮਈ ਤੱਕ ਉਹਨਾਂ ਦੀ ਵਾਰਤਾ ਹੁੰਦੀ ਰਹੀ, ਔਰ ਨੋ ਡਾਊਟ ਦਿਸ ਇਜ਼ ਅ ਕਲੀਅਰ ਸਾਈਨ ਕਿ ਪਾਵਰ ਜਿਹੜੀ ਹੈ ਸ਼ਿਫਟ ਹੋ ਰਹੀ ਹੈ। ਅਮਰੀਕਾ ਸੁਪਰ ਪਾਵਰ ਰਿਹਾ ਬੜੀ ਦੇਰ ਤੋਂ, ਪਰ ਹੁਣ ਇਕਨੋਮਿਕ ਪਾਵਰ ਤਾਂ ਇਸ ਵੇਲੇ ਚਾਈਨਾ ਕੰਟਰੋਲ ਕਰਦਾ। ਚਾਈਨਾ ਨੇ ਜੋ ਆਪਣਾ ਇੱਕ ਤਰ੍ਹਾਂ ਨਾਲ ਠਰਮਾ ਦਿਖਾਇਆ, ਪਰ 30 ਟ੍ਰਿਲੀਅਨ ਇਕਨੋਮੀ ਹੈ, ਆਈ ਥਿੰਕ 35 ਟ੍ਰਿਲੀਅਨ ਇਜ਼ US, ਚਾਈਨਾ ਇਜ਼ ਸਟਿਲ ਅੰਡਰ 20, ਮੇਬੀ 20 ਟ੍ਰਿਲੀਅਨ, ਸੋ ਅਜੇ ਵੀ 10 ਟ੍ਰਿਲੀਅਨ ਅੱਗੇ ਅਮਰੀਕਾ। ਪਰ ਤੁਸੀਂ ਇਹ ਦੇਖੋ ਕਿ ਗਲੋਬਲ ਸਪਲਾਈ ਚੇਨ ਦੇ ਵਿੱਚ ਚਾਈਨਾ ਦਾ ਕੀ ਰੋਲ ਹੈ। ਪਤਾ ਨਹੀਂ ਕਿੰਨੀਆਂ ਇਕਨੋਮੀਜ਼ ਜਿਹੜੀਆਂ ਵਰਲਡ ਦੀਆਂ ਉਹ ਸ਼ਾਇਦ ਚਾਈਨਾ ਦੀ ਸਪਲਾਈ ਤੇ ਚੱਲਦੀਆਂ। ਔਰ ਜੋ ਮੈਂ ਇਸ ਗੱਲ ਤੇ ਆ ਰਿਹਾ ਸੀਗਾ ਕਿ ਚਾਈਨਾ ਨੇ ਅਮਰੀਕਾ ਨੂੰ ਬਿਲਕੁਲ ਸਾਫ਼ ਕਰਤਾ ਕਿ ਤਾਈਵਾਨ ਨॉन ਨੈਗੋਸ਼ੀਏਬਲ ਹੈ ਸਾਡੇ ਪੁਆਇੰਟ ਆਫ ਵਿਊ ਤੋਂ। ਸੈਕੰਡਲੀ, ਹਾਰਮੂਜ਼ ਸਟ੍ਰੇਟ ਨੂੰ ਓਪਨ ਕਰਨ ਦੇ ਲਈ ਸੀ ਈਰਾਨ ਨੂੰ ਕੋਈ ਦਬਾਅ ਨਹੀਂ ਪਾ ਸਕਦੇ, ਕਿਉਂਕਿ ਇਹ ਜਿਹੜਾ ਹੈ ਅੰਦਾਜ਼ਾ ਲਾਇਆ ਜਾ ਰਿਹਾ ਸੀ, ਇੱਕ ਕਿਆਸ ਲਾਈ ਜਾ ਰਹੀ ਸੀ ਕਿ ਅਮਰੀਕਾ ਚਾਈਨਾ ਨੂੰ ਪ੍ਰੈਸ਼ਰ ਕਰਕੇ ਜਿਹੜਾ ਫਰਦਰ ਈਰਾਨ ਨੂੰ ਪ੍ਰੈਸ਼ਰ ਕਰੇਗਾ ਕਿ ਹਾਰਮੂਜ਼ ਖੋਲ੍ਹਣ ਦੇ ਲਈ। ਹੁਣ ਇਹ ਤਾਂ ਇੱਕ ਕਲੀਅਰ ਫੇਲੀਅਰ ਹੋ ਗਿਆ। ਐਂਡ ਕਿਉਂਕਿ ਜੇ ਕੋਈ ਸਟੇਟਮੈਂਟ ਆਉਂਦੀ ਉੱਥੋਂ ਪਤਾ ਲੱਗ ਜਾਣਾ ਸੀਗਾ, ਜਿਹੜੀ ਟਰੰਪ ਦੀ ਕੋਈ ਇੱਦਾਂ ਦੀ ਮੇਜਰ ਸਟੇਟਮੈਂਟ ਆਈ ਨਹੀਂ ਹੈ। ਸੋ ਦੈਟ ਸ਼ੋਜ਼, ਕਿਆ ਤੁਸੀਂ ਹਾਲਾਤ ਵਿਗੜਦੇ ਦੇਖਦੇ ਹੋ ਟੂ ਅ ਬਿਗਰ ਵਾਰ ਔਰ ਥਰਡ ਵਰਲਡ ਵਾਰ? ਆਈ ਥਿੰਕ ਇਟ ਇਜ਼ ਰਾਈਟ ਨਾਓ ਤਾਂ ਜੋ ਸਿਚੁਏਸ਼ਨ ਹੈ ਕਾਫੀ ਜ਼ਿਆਦਾ, ਤੁਹਾਨੂੰ ਨਹੀਂ ਲੱਗਦਾ ਕਿ ਕੋਲਡ ਵਾਰ ਵੱਲ ਪਾਸੇ ਮੂਵ ਕਰ ਰਹੀ ਹੈ, ਕਿ ਥਿੰਗਸ ਆਰ ਅਗੇਨ ਸਲੋਇੰਗ ਡਾਊਨ, ਬਟ ਅੰਦਰ ਹੀ ਅੰਦਰ ਕਨਫਲਿਕਟ ਜਾਂ ਜਿਹੜੀ ਬਿਟਰ ਐਨਮਿਟੀ ਤਾਂ ਪਰਸਿਸਟ ਕਰ ਰਹੀ ਹੈ, ਔਰ ਉਹਦਾ ਖਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ। ਪਰ ਇੱਕ ਗੱਲ ਚੰਗੀ ਹੋਈ ਹੈ, ਸਟਿਲ ਅਮਰੀਕਾ ਐਂਡ ਚਾਈਨਾ ਆਰ ਔਨ ਟਾਕਿੰਗ ਟਰਮਸ, ਇਹ ਕਿਤੇ ਪੋਜ਼ਿਟਿਵ ਹੈ। ਬਟ ਮਨੀਸ਼ ਜੀ, ਉਹ ਟਾਕਿੰਗ ਟਰਮਸ ਦਾ ਨਿਕਲਿਆ ਤਾਂ ਕੁਝ ਵੀ ਨਹੀਂ ਨਾ। ਉਸ ਤੋਂ ਬਾਅਦ ਸ਼ਾਰਟਲੀ ਬ੍ਰਿਕਸ ਦਾ ਜਿਹੜਾ ਮੀਟਿੰਗ ਹੋਈ, ਔਰ ਬ੍ਰਿਕਸ ਦੇ ਵਿੱਚ ਵੀ ਕੋਈ ਇੱਦਾਂ ਦੀ ਸਟੇਟਮੈਂਟ ਨਹੀਂ ਦਿੱਤੀ ਗਈ ਕਿ ਇਹ ਅਗਰੈਸ਼ਨ ਜਾਂ ਵੈਸਟ ਏਸ਼ੀਆ ਦੇ ਕਨਫਲਿਕਟ ਨੂੰ ਡਿਫਿਊਜ਼ ਕਰਨ ਦੇ ਲਈ। ਇਟ ਵਾਜ਼ ਐਕਸਪੈਕਟਿਡ ਕਿ ਜਿਵੇਂ ਚਾਈਨਾ ਇੱਕ ਮੇਜਰ ਪਾਵਰ ਹੈ ਉਹਦੇ ਵਿੱਚ, ਔਰ ਇੰਡੀਆ ਵੀ ਇੱਕ ਮੇਜਰ ਮੈਂਬਰ ਸਟੇਟ ਹੈ, ਕੋਈ ਸਟੇਟਮੈਂਟ ਆਏਗੀ, ਪਰ ਇੱਦਾਂ ਦੀ ਕੋਈ ਸਟੇਟਮੈਂਟ ਆਈ ਨਹੀਂ ਹੈ। ਦਿਸ ਸ਼ੋਜ਼ ਕਿ ਕੋਈ ਇੱਕ ਸਟੇਲਮੈਂਟ ਵੱਲ ਪਹੁੰਚ ਗਏ ਅਸੀਂ, ਔਰ ਇੱਦਾਂ ਲੱਗ ਰਿਹਾ ਕਿ ਜਿਵੇਂ ਕੋਈ ਪਤਾ ਨਹੀਂ ਕੁਝ ਹਾਲਾਤ ਇੱਦਾਂ ਦੇ ਬਣ ਰਹੇ ਹੈ ਕਿ ਵਰਲਡ ਨੂੰ ਇੱਕ ਆਰਟੀਫਿਸ਼ੀਅਲ ਕਨਫਲਿਕਟ ਜ਼ੋਨ ਵੱਲ ਧਕੇਲਿਆ ਜਾ ਰਿਹਾ ਮੇਬੀ, ਐਂਡ ਪੀਪਲ ਆਰ ਗੋਇੰਗ ਟੂ ਸਫਰ। ਇਹਨੂੰ ਸ਼ਾਇਦ ਜਿਹੜੇ ਕਿ ਕਈ ਕ੍ਰਿਟਿਕਸ ਨਿਊ ਵਰਲਡ ਆਰਡਰ ਵੀ ਕਹਿ ਰਹੇ ਹੈ, ਮੈਂ ਇੰਨੀ ਦੂਰ ਨਹੀਂ ਜਾਵਾਂਗਾ ਇਹ ਕਹਿਣਾ, ਕਿਉਂਕਿ ਸ਼ਾਇਦ ਮੈਨੂੰ ਲੱਗਦਾ ਸਨਸਨੀਖੇਜ਼ ਜ਼ਿਆਦਾ ਹੋ ਰਿਹਾ ਕੁਝ ਨਿਊ ਵਰਲਡ ਆਰਡਰ ਕਹਿਣਾ, ਬਟ ਸਰਟਨਲੀ ਦ ਲਾਸ ਇਜ਼ ਗੋਇੰਗ ਟੂ ਬੀ ਦ ਐਂਡ ਕੰਜ਼ਿਊਮਰ। ਮੇਰੇ ਖਿਆਲ ਕਿੰਨੇ ਹੀ ਬਿਜ਼ਨਸਿਸ, ਗੋ ਬੈਕ ਟੂ ਕੋਵਿਡ 5 years ਬੈਕ, ਸ਼ਾਇਦ ਕਿੰਨੇ ਹੀ ਬਿਜ਼ਨਸਿਸ ਸ਼ਟ ਡਾਊਨ ਹੋ ਗਏ ਸੀ। ਗੋ ਬੈਕ ਟੂ 7-8 years ਬੈਕ ਔਰ 9 years ਬੈਕ, ਡੀਮੋਨੇਟਾਈਜੇਸ਼ਨ, ਕਿੰਨੇ ਸਮਾਲ ਟ੍ਰੇਡਰਸ ਦੇ ਕੰਮ ਬੰਦ ਹੋ ਗਏ ਸੀ।
some of them lost their livelihood forever. ਅੱਛਾ, not buying gold, jewelers ਦਾ ਕੰਮ ਇਫੈਕਟ ਹੁੰਦਾ, ancillary industry, even ਜੋ ਟਰਾਂਸਪੋਰਟ ਕਰ ਰਿਹਾ gold ਨੂੰ, so how many people do you think will that That is affect? what I was trying to hint at, ਕਿ ਜਿਹੜਾ end consumer ਹੈ ਉਹਦੇ ਤੇ ਇਫੈਕਟ ਹੋਣਾ ਹਲੇ ਤਾਂ ਇੱਕ ਮਾਰਜਨਲ ਹੀ ਇੰਕਰੀਜ਼ ਹੈ, ਉਹ ਕਹਿ ਰਹੇ ਹੈ 3 to 4 rupees is a marginal increase. ਉਹ ਕਹਿੰਦੇ ਹਲੇ ਤਾਂ ਬਹੁਤ ਕੁਝ ਹੋਣਾ ਹੈ, ਔਰ ਇਹਦੇ ਜਿਹੜੇ ਹੈ ਜਿਵੇਂ ਆਪਾਂ ਕਹਿੰਦੇ ਸਪਿਲ ਓਵਰ ਇਫੈਕਟ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ, ਪਤਾ ਨਹੀਂ ਕਿੰਨੀਆਂ ਹੀ ਆਈਟਮਸ ਦੇ ਪ੍ਰਾਈਸ ਜਿਹੜੇ ਵਧਣਗੇ, ਔਰ 골ਡ ਤਾਂ ਸ਼ਾਇਦ ਲੋਕਾਂ ਦੇ ਲਈ ਸਿਰਫ ਵੈਸੇ ਹੀ ਜੋ ਪ੍ਰਾਈਸ ਹੋ ਚੁੱਕਾ ਸੀਗਾ 1.5 ਲੱਖ ਦੇ ਕੋਰੀਡੋਰ ਦੇ ਵਿੱਚ ਇੱਕ ਲਗਜ਼ਰੀ ਰਹਿ ਗਿਆ ਸੀਗਾ ਆਈਟਮ, ਤੇ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਮਿਊਜ਼ੀਅਮਸ ਦੇ ਵਿੱਚ ਹੀ ਦੇਖਿਆ ਜਾਏਗਾ ਇਸ ਹਾਲਾਤ ਦੇ ਨਾਲ। ਔਰ ਨੈਚੁਰਲੀ ਜਿਹੜੇ ਛੋਟੇ ਟ੍ਰੇਡਰਸ ਹਨ ਉਹਨੂੰ ਇਫੈਕਟ ਤਾਂ ਹੋਏਗਾ ਇਹਦਾ ਡੈਫੀਨੇਟਲੀ, ਕਿਉਂਕਿ ਵੈਰੀ ਕੈਟੇਗੋਰੀਕਲੀ ਦ ਪ੍ਰਾਈਮ ਮਿਨਿਸਟਰ ਹੈਜ਼ ਸੈਡ ਕਿ ਵੀ ਵਾਂਟ ਟੂ ਕੱਟ ਡਾਊਨ ਦ ਇੰਪੋਰਟਸ, ਕਿਉਂਕਿ ਠੀਕ ਹੈ ਇੰਪੋਰਟ ਬਿੱਲ ਤੁਸੀਂ ਡਿਕਰੀਜ਼ ਕਰੋ, ਦੇयर इज नो डाउट ਅਬਾਊਟ ਦੈਟ, ਬਟ ਉਹਦੇ ਹੋਰ ਵੀ ਤਾਂ ਇੰਪੈਕਟ ਹੋਣ ਵਾਲੇ ਆ। ਤੁਸੀਂ ਰੁਪਏ ਦੀ ਫ੍ਰੀ ਫਾਲ ਤਾਂ ਰੋਕ ਨਹੀਂ ਪਾ ਰਹੇ ਆਪਾਂ ਫਿਰ ਵੀ। ਤੁਹਾਨੂੰ ਕੀ ਲੱਗਦਾ ਡਾਲਰ 100 ਪਾਰ ਹੋ ਜਾਏਗਾ? ਮਨੀ ਜੀ ਜੋ ਆਪਾਂ ਦੇਖੀਏ ਟ੍ਰੈਂਡ ਦੇਖੀਏ ਤਾਂ ਲੱਗਦਾ ਕਿ ਜ਼ਿਆਦਾ ਦਿਨ ਨਹੀਂ ਲੱਗੇਗੇ ਇਹਨੂੰ। ਚਲੋ ਹਾਲਾਤ ਕਾਫੀ ਸੀਰੀਅਸ ਨੇ, ਪਰ ਉਮੀਦ ਕਰਦੇ ਹਾਂ ਕੁਛ ਨਾ ਕੁਛ ਬਦਲੇਗਾ ਤੇ ਹਾਲਾਤ ਜਿਹੜੇ ਨੇ ਨਾਰਮਲ ਵੱਲ ਜਾਣਗੇ। ਇਹ ਸਿਰਫ ਸਾਡੇ ਬੈਸਟ ਵਿਸ਼ੇਸ ਹੀ ਨਹੀਂ, ਬਲਕਿ ਦਿਸ ਇਜ਼ ਵਾਟ ਵੀ ਸਰਟਨਲੀ ਹੋਪ ਫॉर ਬੈਟਰ ਥਿੰਗਸ ਟੂ ਕਮ ਇਨ ਦ ਫਿਊਚਰ। ਬੇਦੀ ਸਾਹਿਬ ਬਹੁਤ ਬਹੁਤ ਥੈਂਕਸ ਤੁਹਾਡਾ ਸਮਾਂ ਦੇਣ ਦੇ ਲਈ। ਥੈਂਕ ਯੂ, ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।